ਸਾਡੇ ਸਿਰ 'ਚ ਲੱਗੇ 6 ਟਾਂਕੇ ਲੱਗੇ ਨੇ ਸਿਰ 'ਚ। ਇਹ ਸੱਟ ਲੱਗੀ। ਹੋਰ ਕੋਈ ਨਹੀਂ ਮਾਰਿਆ? ਇੱਥੇ ਮਾਰਿਆ ਸੱਟ ਲੇਡੀਜ਼ ਹੀ ਮਾਰਿਆ, ਇਹਨੇ ਬਜ਼ੁਰਗ ਨੇ ਮਾਰਿਆ, ਇਹਨੇ ਮਾਰਿਆ। ਉਹ ਸਾਡੀ ਗੱਲ ਨਹੀਂ ਸੁਣੇ ਕਦੇ ਜੀ, ਉਹ ਤੇ ਆਏ ਦੇ ਸਾਨੂੰ ਜਾਨੋਂ ਮਾਰਨ ਵਾਸਤੇ। ਚਲੋ ਇਹ ਦੇਖੋ ਮਾਰੇ ਕਿਹੜਾ ਲੀੜਾ ਤੇਰਾ ਮੈਂ ਆਂਦੇ ਦੇਖੋ ਇਹ ਦੇਖ ਲਓ, ਇਹ ਦੇਖ ਲਓ ਨਿਸ਼ਾਨ ਦੇਖੋ ਨਿਸ਼ਾਨ ਦੇਖੋ ਸਾਡੀ ਸੁਣਾਈ ਹੋਈ ਨਹੀਂ। ਇਹ ਹਜੇ ਉਹ ਸੁਣੇ ਨਹੀਂ ਆਦਾ ਅੰਦਰ ਦੇਣਾ ਪੁਲਿਸ ਨਾਲ ਕੋਈ ਸੁਣਾਈ ਸਾਡੀ ਦੀ। ਬਾਕੀ ਮੇਰੇ ਵੱਲ ਦੇਖਿਆ ਸਾਰੇ ਦੌੜੇ, ਪਰ ਪਿੱਛੋਂ ਮੇਰੇ ਸਿਰ 'ਚ ਕਿਸੇ ਨੇ ਡਾਂਗ ਮਾਰ ਲਈ ਤੇ ਬੜੀ ਜ਼ੋਰ ਦੀ। ਮੇਰੇ ਸਾਰੇ ਕੱਪੜੇ ਵੀ ਉੱਥੇ ਫਟੇ ਆ, ਫਟ ਗਏ। ਮੈਂ ਕਦੀ ਉੱਧਰ ਲੁੱਸਾ ਕਦੀ ਉੱਧਰ ਲੁੱਸਾ, ਪਰ ਇੱਕ ਦੋ ਜਣੇ ਨੇ ਮੈਨੂੰ ਫੜਿਆ ਵੀ ਹੈ ਆ, ਪਰ ਫਿਰ ਵੀ ਆ ਪਿੱਛੇ ਹਟੀ ਗਈ। ਸਰ ਮੇਰੇ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਣ ਡਿਆ। ਇੱਕ ਮੰਗਲ ਹੈ, ਉਹ ਵੀ ਬਾਰ-ਬਾਰ ਆ ਕੇ ਤੇ ਸਾਨੂੰ ਸਤਾਉਂਦਾ ਆ। ਸਾਡੇ ਘਰਾਂ ਦੇ ਅੱਗੇ ਦਾਰੂ ਦੀ ਬੋਤਲਾਂ ਸ਼ਰੇਆਮ ਖੋਲ ਕੇ ਦਾਰੂ ਪੀਂਦੇ। ਦੱਸੋ ਅਸੀਂ ਕਿੱਥੇ ਜਾ ਸਕਦੇ ਹਾਂ? ਗਰੀਬ ਲੋਕੀ ਕਿੱਥੇ ਜਾਈਏ ਆਪਣੇ ਬੱਚੇ ਲੈ ਕੇ? ਅਸੀਂ ਇੱਥੋਂ ਬਾਜੀ ਰੋਟੀ ਕਮਾ ਕੇ ਖਾਂਦੇ ਹਾਂ ਤੇ ਇੱਥੋਂ ਹੀ ਖਾਣੀ ਆ। ਹੁਣ ਦੱਸੋ ਤੁਸੀਂ ਇਹ ਕਿੱਥੇ ਜਾਈਏ? ਛੋਟੇ ਸਾਨੂੰ ਜੇ ਅਸੀਂ ਉੱਥੇ ਗਏ ਲਖਨਪੁਰ, ਉਹਨਾਂ ਵੀ ਸਾਨੂੰ ਧਮਕੀ ਦਿੱਤੀ, ਤੁਹਾਨੂੰ ਹਵਾਲਾਤ 'ਚ ਬੰਦ ਕਰ ਦੇਣਾ ਹੈ, ਤੁਹਾਨੂੰ ਰੋਟੀਆਂ ਨਹੀਂ ਦੇਣੀਆਂ। ਧਮਕੀ ਕੌਣ ਦਿੱਤੀ? ਸੰਜੇ ਭਾਜਨ ਵੀ ਇੱਥੇ ਆਂਦਾ ਤੇ ਸਾਨੂੰ ਦਿੱਤੀਆਂ ਧਮਕੀਆਂ ਡਰਾ ਡਰੂ ਕੇ ਤੇ ਉੱਥੋਂ ਵੀ ਕੱਢਿਆ ਸਾਨੂੰ ਬਾਹਰ। ਮੈਂ ਤੁਹਾਨੂੰ ਬਾਅਦ ਕਹਿੰਦੇ ਬਾਹਰ ਬੈਠ ਜਾਓ, ਉੱਥੇ 2-3 ਘੰਟੇ ਸਾਡੇ ਪਨਾਹ ਹੜੇ। ਕਹਿਣ ਦਾ ਮਤਲਬ ਇਹਦਾ ਟਾਈਮ ਖਰਾਬ ਕਰਨਾ, ਜਿੱਦਾਂ ਮਰਜ਼ੀ ਕਰ ਦਿਓ। ਇਹਦੇ ਕਿ 2-3 ਦਿਨ ਪਹਿਲਾਂ ਸਾਰਿਆਂ ਨੇ ਸਾਡੇ ਵੱਲ ਹਮਲਾ ਕੀਤਾ, ਜ਼ਬਰਦਸਤੀ ਹਮਲਾ ਕੀਤਾ। ਇਹਦੇ ਸੱਟਾਂ ਲੱਗੀਆਂ, ਇਸ ਟਾਂਕੇ ਲੱਗੇ ਤੇ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ। 5-6 ਟਾਂਕੇ ਲੱਗੇ ਦੇ ਇੱਥੇ ਮੇਰੇ। ਇਹਨੇ ਸਾਡੇ ਬਜ਼ੁਰਗਾਂ ਹੀ ਮਾਰਿਆ, ਇਹਨੇ ਮਾਰਿਆ, ਸਾਡੇ ਪਿੰਡ ਦੀ ਜਨਾਨੀ ਮਾਰਿਆ, ਕੁੜੀਆਂ ਮਾਰਿਆ। ਇਹਨੇ ਸਾਡੇ ਨਾਲ ਜ਼ਬਰਦਸਤੀ ਧੱਕਾ ਕੀਤਾ। ਇਹਨੇ ਗੁੰਡੇ ਲਿਆਂਦੇ ਦੇ ਇਹਨੇ ਬਾਹਰੋਂ, ਜਿਹੜੇ ਉਹ ਜ਼ਬਰਦਸਤੀ ਕਰੇ ਤੇ ਜ਼ਬਰਦਸਤੀ ਸਾਡੀ ਪੈਲੀ ਪੈ ਕਰਦੇ ਸੀ। ਤੇ ਉਹਦੇ ਬਾਅਦ 'ਚ ਸਾਡੀ ਨਾ ਕੋਈ ਸੁਣੇ ਕਰਦੇ ਨਾ ਕੁਛ, ਗਾਲਾਂ ਹੀ ਕੱਢੇ ਕਦੇ, ਉਲਟੀਆਂ ਕੱਢੀਆਂ, ਗਲਤ ਲੈਂਗੁਏਜ ਯੂਜ਼ ਕਰਦੇ। ਲੇਡੀਜ਼ ਕੀ ਵੀ ਮਾਰਿਆ ਉਹਨਾਂ? ਲੇਡੀਜ਼ ਵੀ ਮਾਰਿਆ ਉਹਨੇ। ਇਹ ਦੇਖੋ ਲੇਡੀਜ਼ ਮਾਰਿਆ, ਇਹਨੇ ਮਾਰਿਆ। ਛੋਟੇ ਛੋਟੇ ਬੱਚੇ ਆਂਦੇ। ਤੁਹਾਨੂੰ ਵੀ ਤੁਹਾਡੇ ਸਿਰ 'ਚ ਲੱਗੇ? ਸਾਡੇ ਸਿਰ 'ਚ ਲੱਗੇ 6 ਟਾਂਕੇ ਲੱਗੇ ਨੇ ਮੇਰੇ ਸਿਰ 'ਚ। ਇਹ ਸੱਟ ਲੱਗੀ। ਹੋਰ ਕੋਈ ਨਹੀਂ ਮਾਰਿਆ? ਇੱਥੇ ਮਾਰਿਆ ਸੱਟ ਨੇ, ਲੇਡੀਜ਼ ਹੀ ਮਾਰਿਆ, ਇਹਨੇ ਬਜ਼ੁਰਗ ਨੇ ਮਾਰਿਆ, ਇਹਨੇ ਮਾਰਿਆ। ਉਹ ਸਾਡੀ ਗੱਲ ਨਹੀਂ ਸੁਣੇ ਕਦੇ ਜੀ, ਉਹ ਤੇ ਆਏ ਦੇ ਸਾਨੂੰ ਜਾਨੋਂ ਮਾਰਨ ਵਾਸਤੇ। ਚਲੋ ਇਹ ਦੇਖੋ ਮਾਰੇ ਕਿਹੜਾ ਲੀੜਾ ਤੇਰਾ ਮੈਂ ਆਂਦੇ ਦੇਖੋ ਇਹ ਦੇਖ ਲਓ, ਇਹ ਦੇਖ ਲਓ ਨਿਸ਼ਾਨ ਦੇਖੋ ਨਿਸ਼ਾਨ ਦੇਖੋ ਸਾਡੀ ਸੁਣਾਈ ਹੋਈ ਨਹੀਂ। ਇਹ ਹਜੇ ਉਹ ਸੁਣੇ ਨਹੀਂ ਆਦਾ ਅੰਦਰ ਦੇਣਾ ਪੁਲਿਸ ਨਾਲ ਕੋਈ ਸੁਣਾਈ ਨਹੀਂ ਸਾਡੀ ਦੀ। ਅੱਖਾਂ ਦਾ ਕੌਣ ਤੁਹਾਨੂੰ? ਹਾਂਜੀ, ਕੌਣ ਆਖਿਆ ਅੰਦਰ ਦੇਣਾ? ਅੱਛਾ, ਅੰਦਰ ਦੇ ਪਰਸੋਂ ਮੈਂ ਸਰ ਹਸਪੀਟਲ ਹੀ ਤੇ ਸਾਡੇ ਬਜ਼ੁਰਗ ਗਏ ਦੇ ਪਿੰਡ ਦੇ ਇਕੱਠੇ ਪਰਚਾ ਦੇਣ। ਉੱਥੋਂ ਜਿਹੜੇ ਐਸਐਸ ਸਾਹਿਬ ਉਹਨੇ ਬੋਲਿਆ ਕਿ ਜੇ ਤੁਸੀਂ ਬਾਰ-ਬਾਰ ਸਾਡੇ ਨਾਲ ਇੰਨਾ ਕਰਕੇ ਮੈਨੂੰ 1 ਸਾਲ ਹੋਈ ਦੇਖਦੇ ਸਰ, ਜੇ ਤੇ ਉਹਨੇ 1 ਸਾਲ ਹੋਈ ਦੇਖਦੇ ਸਾਡਾ ਇਨਸਾਫ ਕਿਉਂ ਨਹੀਂ ਕਰਦੇ ਹੋ? ਤੇ ਉਹ ਸਾਡਾ ਇਨਸਾਫ ਕਰਦੇ। ਸਾਡੇ ਜ਼ਮੀਨਾਂ ਸਾਡਾ ਜਿਹੜੇ ਸਾਡੇ ਦਾਦੇ ਪੜਦਾਦੇ ਪਿੱਛੋਂ ਰਾਂਝੇ ਬੰਨ੍ਹਦੇ ਆਏ, ਸਾਰਾ ਜ਼ਮੀਨਾਂ ਸ਼ਹਿਰ ਹੋਈ ਰਾਣੇ ਬਣੇ ਗਈਆਂ ਤੇ ਉਹ ਉਸ ਚੀਜ਼ ਦਾ ਕਬਜ਼ਾ ਕਰਨਾ ਹੀ ਹੈ। ਸਾਡਾ ਰੋਜ਼ਗਾਰ ਹੀ ਜ਼ਮੀਨ ਵਿੱਚ ਚੱਲਦਾ। ਅਸੀਂ ਕਿੰਨਾ ਆਪਣਾ ਅਗਲਾ ਰੋਜ਼ਗਾਰ ਚਲਾ ਕੇ ਸਰ। ਬਾਕੀ ਇਹ ਰਸਤਾ ਦੇਖੋ ਸਰ, ਨਾ ਸਾਡੇ ਪਿੰਡ ਸਰ ਰਸਤਾ ਬਣਦਾ ਕੋਈ ਅੱਜ ਤੱਕ, ਸਿਰਫ ਇਸੇ ਕਾਰਨ ਨਹੀਂ ਬਣਦਾ। ਤੁਹਾਡੀ ਡਿਮਾਂਡ ਕੀ ਹੈ? ਸਾਡੀ ਡਿਮਾਂਡ ਇਹੀ ਹੈ ਕਿ ਜਿਹੜੇ ਸਾਡੇ ਦਾਦੇ ਪੜਦਾਦੇ ਸਾਡੀ ਜ਼ਿਆਦਾ ਜ਼ਮੀਨਾਂ ਸਾਡੀ ਗਏ ਆ, ਉਸੇ ਰਾਚੇ ਬਾਚੇ ਤੇ ਨਾ ਕੋਈ ਇਹਦੀ ਨਹੀਂ ਲੱਗਦਾ ਸਰ। ਇਹਦਾ ਹੈ ਵੀ ਕੁਛ ਨਹੀਂ ਹੈ, ਇਹ ਜ਼ਬਰਦਸਤੀ ਕਰੇ ਕਰਦੇ ਆ ਤੇ ਇਹ ਸਾਡੇ ਇਸੇ ਚੋਂ ਬਾਹਰ ਹੋ ਜਾਂਦਾ। ਸਰ 5 ਤਰੀਕ ਨੂੰ ਸਾਡੇ ਪਿੰਡ ਅਸੀਂ ਦੇਖ ਰਹੇ ਸੀ, ਪਹਿਲਾਂ ਘਰ ਵਿੱਚ ਕਾਫੀ ਗੁੰਡੇ, ਕੋਈ 50-60 ਗੁੰਡੇ ਸੀ ਜਿਹੜੇ। ਪਿੰਡ ਕਿਹੜਾ ਤੁਹਾਡਾ? ਰਾਮਨਗਰ। ਅਸੀਂ ਰਾਮਨਗਰ ਦੇ ਹਾਂ ਤੇ ਸਾਡੇ ਨੇ ਪੈਲੀਆਂ ਜੰਮੂ ਦੇ ਜਿਹੜੇ ਮਾਲਕ ਹੈ ਤੇ ਕਹਿੰਦੇ ਆ ਵੀ ਸਾਡੀਆਂ ਪੈਲੀਆਂ, ਪਰ ਅਸੀਂ ਕਾਫੀ ਦੇਰ ਤੋਂ ਬੰਨੇ ਆ। ਜਦੋਂ ਉਹ ਆਏ 50-60 ਗੁੰਡੇ ਆਏ ਆ ਤੇ ਘਰੋਂ ਦੇਖਣ ਦੀ ਮੈਂ ਬਾਕੀ ਉਰੇ ਹੀ ਮੈਂ ਸਿੱਧੀ ਘਰੋਂ ਦੌੜਦੀ ਆਈ। ਸਾਡੀ ਅਸੀਂ ਫਸਲ ਲਾਈ ਦੀ ਸੀ, ਜਵਾਰ ਵਿੱਚ ਰਾਈ ਦੀ ਸੀ, ਜਵਾਰ ਰਾਈ ਦੀ ਸੀ, ਅਸੀਂ ਫਸਲ ਰਾਈ ਦੀ ਸੀ। ਮੈਂ ਸਿੱਧੀ ਪੈਲੀਆਂ ਦੇ ਵਿੱਚ ਦੌੜ ਕੇ ਆਈ। ਅੱਗੇ ਮੈਂ ਜੇਸੀਪੀ ਦੇ ਅੱਗੇ, ਜੇਸੀਪੀ ਸਿੱਧੀ ਪੱਧਰੀ ਫਸਲ ਕਰੇ ਕਰਦੀ ਸੀ। ਮੈਂ ਅੱਗੇ ਹੋ ਗਈ, ਮੈਂ ਕਿਹਾ ਬਿਲਕੁਲ ਵੀ ਫਸਲ ਨਹੀਂ ਸਾਡੀ ਖਰਾਬ ਕਰੋ। ਕਹਿੰਦੇ ਵੀ ਸਾਡੇ ਨਾਲ ਨਹੀਂ ਗੱਲ ਕਰਨੀ, ਉਹ ਮਾਲਕ ਬੈਠੇ ਦੇ ਗੱਡੀਆਂ ਦੇ ਵਿੱਚ, ਉਹਨਾਂ ਦੇ ਨਾਲ ਜਾ ਕੇ ਗੱਲ ਕਰੋ। ਫਿਰ ਮੈਂ ਜਿਹੜਾ ਰਵੀ ਸ਼ਰਮਾ ਕਿਹੜਾ ਤੇਜ ਪ੍ਰਕਾਸ਼, ਮੈਂ ਉਹਨਾਂ ਕੋਲ ਗਈ। ਮੈਂ ਕਿਹਾ ਭਾਜੀ ਤੁਸੀਂ ਨਾਲ ਹੋ ਗਏ ਸਾਡੀ ਫਸਲਾਂ ਜਿਹੜੀ ਖਰਾਬ ਕਰਾਉਣ ਦੇ ਹੋ। ਕਹਿੰਦਾ ਸਿਕਿਉਰਟੀ ਗਾਰਡ ਹੈ ਉਹ, ਕਹਿੰਦਾ ਸਾਨੂੰ ਬਿਲਕੁਲ ਨਹੀਂ ਕਹਿਣਾ, ਉੱਥੇ ਗੱਡੀਆਂ ਵਿੱਚ ਮਾਲਕ ਬੈਠੇ ਦੇ ਆ, ਉਹਦੇ ਨਾਲ ਜਾ ਕੇ ਗੱਲ ਕਰੋ। ਫਿਰ ਮੈਂ ਬੜੀ ਕਦੀ ਉਧਰ ਹੋਵਾਂ ਕਦੀ ਉਧਰ, ਬਾਕੀ ਮੇਰੇ ਵੱਲ ਦੇਖਿਆ ਸਾਰੇ ਦੌੜੇ, ਪਰ ਪਿੱਛੋਂ ਮੇਰੇ ਸਿਰ 'ਚ ਕਿਸੇ ਨੇ ਡਾਂਗ ਮਾਰ ਲਈ ਤੇ ਬੜੀ ਜ਼ੋਰ ਦੀ। ਮੇਰੇ ਸਾਰੇ ਕੱਪੜੇ ਵੀ ਉੱਥੇ ਫਟੇ ਆ, ਫਟ ਗਏ। ਮੈਂ ਕਦੀ ਉਧਰ ਲੁੱਸਾ ਕਦੀ ਉਧਰ ਲੁੱਸਾ, ਪਰ ਇੱਕ ਦੋ ਜਣੇ ਨੇ ਮੈਨੂੰ ਫੜਿਆ ਵੀ ਹੈ ਆ, ਪਰ ਫਿਰ ਵੀ ਆ ਪਿੱਛੇ ਹਟੀ ਗਈ। ਸਰ ਮੇਰੇ ਨਾਲ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਣ ਡਿਆ। ਇੱਕ ਮੰਗਲ ਹੈ, ਉਹ ਵੀ ਬਾਰ-ਬਾਰ ਆ ਕੇ ਤੇ ਸਾਨੂੰ ਸਤਾਉਂਦਾ ਆ ਤੇ ਬਹੁਤ ਜ਼ਿਆਦਾ ਤੰਗ ਕਰਦਾ ਆ। ਤੇ ਕਦੀ ਉਹ ਗੁੰਡੇ ਲਿਆਂਦੇ, ਕਦੀ ਪੁਲਿਸ ਲਿਆਂਦੇ ਆ। ਤੇ ਸਰ ਅਸੀਂ ਬਹੁਤ ਜ਼ਿਆਦਾ ਦੁਖੀਆਂ, ਸਾਨੂੰ ਸਾਡਾ ਹੱਕ ਦੇ ਮਿਲਣਾ ਚਾਹੀਦਾ ਆ। ਤੇ ਸਾਨੂੰ ਮਤਲਬ ਬਹੁਤ ਤਰ੍ਹਾਂ ਮਾਰ ਕੇ ਗਏ ਸਾਨੂੰ।
ਜਦੋਂ ਅਸੀਂ ਅੱਗੇ ਹੁੰਦੇ ਸਾਡੇ ਡਾਂਗਾ ਮਾਰਦੇ ਸੀ, ਸੋਟੇ ਮਾਰਦੇ, ਕਦੇ ਮਤਲਬ ਕਿਰਪਾਨਾਂ ਚਿੱਟੇ ਖਾਦੇ ਉਹਨਾਂ ਨੇ। ਤੇ ਭਾਜੀ ਬੜਾ ਹੀ ਸਾਨੂੰ ਬੇਹਾਤਨਾ ਮਾਰ ਕੇ ਗਿਆ। ਅਸੀਂ ਉਹਦੇ ਅੱਗੇ ਤਰਲੇ ਵੀ ਸਗੋਂ ਪਾਉਂਦੇ ਪਏ ਸੀ, ਲੜਨ ਵੀ ਨਹੀਂ ਪਏ, ਪਰ ਸਾਨੂੰ ਨਾ ਬੜੀ ਬੇਰਹਿਮੀ ਨਾਲ ਮਾਰਿਆ। ਸਰ ਜਿੰਨੀ ਵੀ ਲੇਡੀਜ਼ ਉਹਦੇ ਅੱਗੇ ਆਉਂਦੀ ਸੀ ਉਹਨਾਂ ਨੂੰ ਪਤਾ ਨਹੀਂ ਸੀ ਚੱਲਦਾ ਕਿ ਸਾਡੇ ਅੱਗੇ ਕੌਣ ਆਏ ਕਰਦਾ ਕੌਣ ਨਹੀਂ ਆਏ ਕਰਦਾ। ਉਹ ਇੰਨੀ ਕੁ ਬੁਰੀ ਤਰ੍ਹਾਂ ਮਾਰ ਰਹੇ ਸੀ ਨਾ ਕਿ ਉਹਨਾਂ ਨੂੰ ਪਤਾ ਨਹੀਂ ਚੱਲਦਾ। ਲੇਡੀਜ਼ ਨਹੀਂ ਦੇਖ ਰਹੇ, ਕਦੀ ਉਹ ਪੁਸ਼ ਕਰਦੇ ਸੀ, ਕਦੀ ਉਹ ਪੁਸ਼ ਕਰਦੇ, ਇੰਨਾ ਜ਼ਿਆਦਾ ਉਹਨਾਂ ਦਾ ਹਮਲਾ ਕਰ ਰਹੇ ਨਾ ਕੋਈ ਸਮਝ ਨਹੀਂ ਇੰਨੀ ਸਕਦਾ। ਬੇਰਹਿਮੀ ਨਾਲ ਭਾਜੀ ਉਹਨਾਂ ਸਾਨੂੰ ਮਾਰਿਆ, ਅਸੀਂ ਦੱਸ ਨਹੀਂ ਸਕਦੇ ਸੱਟਾਂ ਵੀ ਸਾਡੇ ਕਿੰਨੀਆਂ ਕੁ ਲੱਗੀਆਂ ਅੰਦਰ। ਇਹ ਜ਼ਿਆਦਾ ਇਸ ਤਰ੍ਹਾਂ ਸਕਿਉਰਟੀ ਗਾਰਡ ਔਰ ਜ਼ਿਆਦਾ ਕਸੂਰ ਸਕਿਉਰਟੀ ਗਾਰਡ ਆ ਰਿਹਾ। ਉਹ ਬਾਰ-ਬਾਰ ਸਾਨੂੰ ਪਰੇਸ਼ਾਨ ਕਰਦੇ ਆ। ਇਹੋ ਗੱਲ ਕਹਿੰਦੇ ਚਨਿਆਰੋ ਤੁਹਾਡੇ ਹੱਥ ਕੁਛ ਨਹੀਂ ਆਣਾ ਹੈਗਾ, ਅਸੀਂ ਲੈ ਕੇ ਜਾਣਾ ਸਾਰੇ। ਸਾਡੀਆਂ ਭੈਣਾਂ ਜੀ ਕਮਾਉਂਦੇ ਭਾਈ ਸਾਨੂੰ ਧਮਕੇ ਦਿੰਦੇ ਆ। ਅਸੀਂ ਇੰਨੇ ਕਹਿੰਦੇ ਕੋ ਪਰੇਸ਼ਾਨ ਆ, ਅਸੀਂ ਬਾਹਰ ਨਹੀਂ ਆਪਣੇ ਬੱਚੇ ਲੈ ਕੇ ਨਿਕਲ ਸਕਦੇ। ਸਾਡੇ ਘਰਾਂ ਦੇ ਅੱਗੇ ਦਾਰੂ ਦੀ ਬੋਤਲਾਂ ਸ਼ਰੇਆਮ ਖੋਲ ਕੇ ਦਾਰੂ ਪੀਂਦੇ, ਦੱਸੋ ਅਸੀਂ ਕਿੱਥੇ ਜਾ ਸਕਦੇ ਹਾਂ? ਗਰੀਬ ਲੋਕੀ ਕਿੱਥੇ ਜਾਈਏ ਆਪਣੇ ਬੱਚੇ ਲੈ ਕੇ? ਅਸੀਂ ਇੱਥੋਂ ਭਾਜੀ ਰੋਟੀ ਕਮਾ ਕੇ ਖਾਂਦੇ ਹਾਂ ਤੇ ਇੱਥੋਂ ਹੀ ਖਾਣੀ ਆ। ਹੁਣ ਦੱਸੋ ਤੁਸੀਂ ਕਿੱਥੇ ਜਾਈਏ? ਛੋਟੇ ਸਾਨੂੰ ਜੇ ਅਸੀਂ ਉੱਥੇ ਗਏ ਲਖਨਪੁਰ, ਉਹਨਾਂ ਵੀ ਸਾਨੂੰ ਧਮਕੀ ਦਿੱਤੀ, ਤੁਹਾਨੂੰ ਹਵਾਲਾਤ 'ਚ ਬੰਦ ਕਰ ਦੇਣਾ ਹੈ, ਤੁਹਾਨੂੰ ਰੋਟੀਆਂ ਨਹੀਂ ਦੇਣੀਆਂ। ਧਮਕੀ ਕੌਣ ਦਿੱਤੀ? ਸੰਜੇ ਮਹਾਜਨ ਸਰ, ਸੰਜੇ ਮਹਾਜਨ ਵੀ ਇੱਥੇ ਆਂਦਾ ਤੇ 15 ਐਸਐਚਓ ਨੇ ਸਾਨੂੰ ਦਿੱਤੀਆਂ ਧਮਕੀਆਂ ਡਰਾ ਡਰੂ ਕੇ ਤੇ ਉੱਥੋਂ ਵੀ ਕੱਢਿਆ ਸਾਨੂੰ ਬਾਹਰ। ਮੈਂ ਤੁਹਾਨੂੰ ਬਾਅਦ ਚ ਕਹਿੰਦੇ ਬਾਹਰ ਬੈਠ ਜਾਓ, ਉੱਥੇ 2-3 ਘੰਟੇ ਸਾਡੇ ਪਨਾਹ ਖੜੇ। ਕਹਿਣ ਦਾ ਮਤਲਬ ਇਹਦਾ ਟਾਈਮ ਖਰਾਬ ਕਰਨਾ, ਜਿੱਦਾਂ ਮਰਜ਼ੀ ਕਰ ਦਿਓ। ਸਾਡੀ ਕੋਈ ਨਹੀਂ ਸੁਣਦਾ, ਕੋਈ ਸਾਡੇ ਵਾਸਤੇ ਹੈਗਾ ਹੀ ਨਹੀਂ ਹੈ। ਕੋਈ ਪੁਲਿਸ ਨਹੀਂ ਸਾਡੇ ਵਾਸਤੇ, ਕੋਈ ਥਾਣਾ ਨਹੀਂ, ਕੋਈ ਐਮਐਲਏ ਨਹੀਂ, ਕੋਈ ਚੇਅਰਮੈਨ ਨਹੀਂ, ਕੋਈ ਸਾਡੇ ਵਾਸਤੇ ਨਹੀਂ, ਕੋਈ ਪਟਵਾਰੀ ਨਹੀਂ ਹੈਗਾ। ਜਦੋਂ ਸਾਡੀਆਂ ਪੈੜੀਆਂ ਤੇ ਮੇਰੇ ਕੋਈ ਰਸਤਾ ਨਹੀਂ, ਕੋਈ ਇੱਥੇ ਕੋਈ ਆਉਣ ਨੂੰ ਨਹੀਂ, ਕੋਈ ਜਾਣ ਨੂੰ ਨਹੀਂ, ਕੋਈ ਰਾਹ ਨਹੀਂ, ਕੋਈ ਖੜਾ ਨਹੀਂ। ਤੇ ਜੇ ਅਸੀਂ ਭਾਜੀ ਇੱਥੇ ਘੁਮਾ ਕੇ ਖਾਣ ਦੇ ਤੇ ਸਾਨੂੰ ਉੱਥੋਂ ਵੀ ਨਹੀਂ ਘੁਮਾ ਕੇ ਖਾਣ ਦੇਣ ਦੇ। ਦੱਸੋ ਅਸੀਂ ਕੀ ਕਰੀਏ? ਸਾਨੂੰ ਹੱਕ ਦਿਓ ਸਾਡਾ। ਸਾਡੇ ਕੋਲ ਰੋਜ਼ ਭਾजी ਇਹ सिर नहीं पढ़ाए जाते, साढ़े छोटे छोटे बच्चे हैं, की खावांगे तो की छड़ांगे। इनके बच्चों पर, सब बुजुर्गों पर, और जबरदस्ती इनकी जमीन को जो इन्होंने अपने कब्जे में ले लिया। और यहाँ से 40-50 जो उन्होंने लोकल गुंडे लाए थे और बाहर के भी लाए थे, और उन्होंने इनके साथ मारपीट की, जहां किसी का सिर फोड़ा, किसी की बाजू तोड़ी, ऐसा कुछ किया। लेकिन वो बंदे हॉस्पिटल में एडमिट तो हो गए, लेकिन उनकी कोई सुनवाई नहीं हुई। हालांकि खुद मैं एसएचओ के पास इनके साथ गया था, लेकिन जहां एसएचओ लखनपुर जो है वो इनको डरा रहे हैं, धमका रहे हैं कि आप उस जमीन में नहीं जा सकते, अगर आप उस जमीन में जाओगे मैं आपको घसीट के लाऊंगा घर से, मैं अंदर डालूंगा आपकी औरतों को, आपके बुजुर्गों को। और वहां जो मैं देख रहा था कि उनके मुंह से जो बदबू आ रही थी वो पैसे की थी। ठीक है, हालांकि पुलिस है गरीब लोगों के लिए, गरीब जनता के लिए, गरीब जनता का साथ देना चाहिए, जो सच्चाई है उसका साथ देना चाहिए। जहां का हमें पता है कि 47 के आए हुए जे लोग इस जमीन में बैठे हुए, इन्होंने अपने घर बनाए हुए हैं, इसी जमीन से जे अपने परिवार पाल रहे हैं। आज पुलिस कैसे साबित कर सकती है कि ये जो जमीन है ये जम्मू वालों की है? आज जम्मू वाले कहां से उठ के आ गए? जो सन 71 में शेख साहब ने एक कानून बनाया था, जब लोगों को जमीनों के मालिक बनाया था, आज वही लोग हमसे जबरदस्ती जमीनें छीन रहे हैं। मैं अपने माननीय चीफ मिनिस्टर उमर अब्दुल्ला साहब जी को ये बताना चाहता हूँ, डॉक्टर फारूक साहब को ये बताना चाहता हूँ कि मैं भी उन्हीं की फौज का एक सिपाही हूँ। आज मैं इन लोगों के बीच आया हूँ और मैं ये चाहता हूँ कि जल्द से जल्द इस समस्या का हल निकाला जाए और प्रशासन को बताया जाए कि इन लोगों का साथ दे। और जो एफआईआर इन पे इनकी जो नहीं ली एसएचओ साहब ने, मैं डीआईजी साहब कठुआ और एसएसपी कठुआ और डीसी कठुआ से ये अपील करता हूं कि वो जो एफआईआर उनके खिलाफ लगनी चाहिए। जो जमीन का केस है वो चलता रहे, वो अलग है। जो गुंडों ने इनके परिवारों को मारा है, इनकी बहू बेटी की इज्जत को हाथ डाला है, हमें उनका इंसाफ चाहिए। हमें जल्द से जल्द वो बंदे अरेस्ट चाहिए। उनमें से कुछ हमारे लोकल लोग भी हैं जिन लोगों ने उनका साथ देके इनके साथ गलत करवाया है। जय भीम, जय भारत। भीम, जय भारत, जय संविधान, जय विज्ञान। जय हमारी बहन जहाँ पे एक बोल रही थी, उनके बयान भी आप लीजिए। उन्होंने कहा कि जब वो ट्रैक्टर लेके हमारी फसल की तबाही कर रहे थे, तो हमने आगे आके रोका कि भाई ऐसा मत करो, हमारा भी पेट है, हम भी बच्चे वाले हैं, परिवार वाले हैं, तो ऐसा जुल्म मत करो। तो उनके अंदर कोई भी जो एक होता है ना तरस, लिहाज या कुछ ऐसा, वो कुछ भी नहीं था। वो 100 की स्पीड में तो ट्रैक्टर चला रहे थे। तो आपने मीडिया के माध्यम से देखा ही होगा कि ये जो लोग हैं बेबस हैं, लाचार हैं, और उल्टा जो है पुलिस प्रशासन इनको ही डराने धमकाने का काम करता है। तो मैं जितने भी यहाँ पे सुन रहे हैं, मैं आप सभी को कहना चाहता हूँ कि आपको पुलिस से डरने की जरूरत बिल्कुल भी नहीं है। जो पुलिस है वो हमारी सेफ्टी के लिए है, वो जनता की नौकर है। जो पुलिस है वो जनता की नौकर है, और आप जनता जब भी चाहो उनको फोन करके यहाँ पे बुला सकते हो। आपको बिल्कुल भी
पुलिस से डरने की ज़रूरत नहीं है, क्योंकि वो हमारी सुरक्षा के लिए, ठीक है। तो एक बात बाकी ये है कि ये इनके पास स्टे ऑर्डर के कुछ कागज़ हैं, ये इन्होंने स्टे चल रहा है अभी, और आप जैसे कामकाज कर रहे हो, अपने खेतों में बुआई कर रहे हो, जैसे आप पहले करते आए हो, आपने वैसे ही करना। और रही बात ये जो हमला हुआ है, जैसे हमारे साथियों ने कहा है कि कल या परसों जब भी आप साथियों को बताया जाएगा तो हम आपके हक में एक कठुआ के अंदर एक बड़ा प्रोटेस्ट करेंगे। अगर जहाँ पे भी हमारी सुनवाई नहीं हुई तो हम जम्मू जाएंगे, अगर जम्मू भी हमारी सुनवाई नहीं हुई तो हम जो है धरना देंगे जंतर मंतर दिल्ली में। और ये लड़ाई आपने सिर्फ डरना नहीं है, किसी से डटे रहना है, क्योंकि ये लड़ाई हक हुकूक की है, आपके अधिकारों की है, कानून की लड़ाई है, और जो कानून है वो आपके हक में है। और पुलिस आपको अगर डराती है तो उससे डरना नहीं है, वो आपकी सेफ्टी के लिए है, आपकी सुरक्षा के लिए है। तो मैं यही कहना चाहता हूँ कि भीम आर्मी और तमाम जितने भी संगठन हैं वो आपके साथ हैं। हम आपको अपना कॉन्टैक्ट नंबर दे देंगे, जब भी आपको ज़रूरत पड़ेगी तो हम सारे साथी आपके पास पहुँचेंगे और आपको इंसाफ जरूर मिलेगा। ये आप सभी से आज हमारा वादा है। धन्यवाद। देखिए, रामनगर में हमारी गरीब जनता है, 70 साल से जहाँ ये ज़मीन है, इनका कब्जा यहाँ पे। बड़े अफसोस दुख से कहना पड़ता कि 3 दिन पहले यहाँ पे गुंडों की मदद से जबरन कब्जा करने की साजिश की गई। 1 साल पहले भी यहाँ पे इसी किस्म की हरकत हुई, तो पर्चा लगा, लेकिन अभी तक उस पर कोई कार्रवाई नहीं हुई। मैं प्रशासन को, सीएम तक, जितने भी यहाँ एलजी साहब हैं, सबको ये कहना चाहूँगा कि गरीब जनता के साथ जो यहाँ पे जो इनके साथ जो घटनाएं हो रही हैं, जो उनको दुख पहुँचाया जा रहा है, जो उनसे जुल्म हो रहा है, इसको बंद कर दो। जो ये साजिश करता है, जो उनकी ज़मीन ज़बरदस्ती छीनना चाहते हैं, क्योंकि कानून के लिहाज से ये ज़मीन के हकदार हैं। 12 साल ये कानून है कि एडवर्स अगर पोजेशन हो किसी का, वो ज़मीन जो है जिसके कब्जे में उसकी हो जाती है। ये तो 70 साल से ज़मीन के कब्जे में है। कोर्ट में स्टेटस को लगा कि जो है ये ज़मीन जो है इनकी है, उसमें इन्होंने केस कर रखा है, लेकिन वो पैसे के बल पे एडमिनिस्ट्रेशन खरीद के गुंडागर्दी करके जो इन पर जुल्म कर रहे हैं, हम इनका जुल्म कभी बर्दाश्त नहीं करेंगे। मैं ये आह्वान करूँगा, ये हमारे साथी सब आए हैं यहाँ पे, बड़ी बड़ी संस्थाओं के प्रधान हैं ये, और इनका दुख मिटाने और इनका साथ देने के लिए आए हैं। मैं सबको आह्वान करूँगा, और मैं बीजेपी को ये कहना चाहूँगा कि आप ये कहते हो कि हम गरीबों के साथ अन्याय नहीं होने देंगे। ये गरीबों के साथ अन्याय नहीं हो रहा, क्या हो रहा है ये? इससे बड़ा जुल्म आप वीडियो देखिए, रोंगटे खड़े हो जाते हैं हमारे। माँ बहनों के साथ कैसे धक्का मुक्की हो रही है, कैसे उनका शोषण हो रहा है, क्या कितना जुल्म हो रहा है। ये क्या प्रशासन सोई हुई है क्या? जय भीम, जय भारत। मैं प्रदीप अम्बेडकरी, प्रेसिडेंट अम्बेडकर सेना मूल निवासी। जैसे कि मीडिया के माध्यम से हमें पता चला कि रामपुर में कुछ रामनगर में कुछ गुंडों ने आकर जहां पर पूरा अपना गुंडाई नाच जो था जहां पर दिखाने का काम किया, जो कि जम्मू कश्मीर में पहले नहीं होता था। ये चीजें यूपी बिहार में सुनी जाती थी, देखी जाती थी कि लोग किस तरह आकर महिलाओं पर अत्याचार करते हैं। और ये चीज कठुआ में पहली बार हुई है कि कुछ गुंडे जहां पर आकर हमारी महिलाओं पर इतनी बुरी तरह से जो है उनको मार रहे हैं, पीट रहे हैं। और ये एक वीडियो बना हुआ है, वीडियो सामने दिख रहा है। और उसके बाद जो पुलिस प्रशासन है, पुलिस प्रशासन इनको ही दबाने का काम कर रहा है कि आप पर ही एफआईआर होगी। सबसे पहले तो मैं पुलिस प्रशासन को चेतावनी देना चाहता हूं कि ये जो मसला है, जहां पर ये जो गुंडे आए हैं, किस कारण आए हैं, ये एक लैंड का मसला है। ये 1947 से लेकर ये जो लोग हैं, मैं आपको कहूंगा कि इन सभी लोगों को दिखाओ। ये जो लोग हैं, ये बेचारे लोग 1947 से लेकर आज तक जो जहां पर जो है इस जमीन पर काबिज है। और ये जमीन तब बंजर थी जब इन लोगों ने जहां पर आकर रहना स्टार्ट किया। और 1947 के बाद इन्होंने इसकी बुआई कर उसको अनाज उगाने के लायक किया और उसको बनाने के लायक किया, जिससे जे अपना गुजारा करते थे। और ये 1947 से इनका कब्जा है आज तक। और उसका जो अब पता नहीं कहां से मालिक आकर जा गया, जो 1947 के बाद कभी आया नहीं। 2004 में आकर वो पहली बार कोर्ट में वो केस करते हैं इनके खिलाफ, जो जमीन हमारी है। और मैं आपके माध्यम से बता देना चाहता हूं कि जो गवर्नमेंट की पॉलिसीज है, इसमें साफ लिखा हुआ है कि कोई भी
जो अगर सरकारी लैंड भी है, लैंड पर भी अगर कोई जाकर कोई कब्जा कर लेता है तो गवर्नमेंट लैंड पर भी 30 साल के बाद वो अपना मालिकाना हक वहां पर जता सकता है। और अगर किसी की मालकी जमीन है उस पर अगर वो 12 साल लगातार कब्जा करके रखता है तो वो जमीन उसकी होती है। तो ये तो 1947 से लेकर ये लोग जहां पर ये जमीन की देखभाल कर रहे हैं, जहां पर रह रहे हैं, तो किस आधार पर आकर ये गुंडागर्दी जहां पर हो रही है। और सबसे बड़ी बात ये कि कोर्ट में केस चल रहा है, हाई कोर्ट में स्टेटस को इनके पास है, ये जमीन पर हर एक फसल लगा रहे हैं, उगा रहे हैं, खा रहे हैं, और गुंडे आकर जहां पर गुंडागर्दी करते हैं और वहां पर पुलिस प्रशासन उनका साथ देती है। और जहां पर सीधा सीधा ये कहने का मतलब ये होता है कि पुलिस प्रशासन कहीं ना कहीं बिकी हुई है। अंबेडकर सेना मूल निवासी, भीम आर्मी, हमारे पॉलिटिकल साथी पीडीपी से ये सब आज इकट्ठे होकर जहां पर लोगों का हाल पूछने के लिए आए हैं और प्रशासन को चेतावनी देते हैं कि अगर इस तरफ किसी ने आंख उठाकर देखी, इन हमारी बहनों पर किसी ने आंख उठाकर देखने की कोशिश की, जहां हमारे भाइयों पर खासकर जो हमारी दलित आबादी है, दलितों को दबाने का काम करती है पुलिस, और जहां पर जिसने जे गुंडागर्दी का नंगा नाच नचाया, जो इसका संजय महाजन कोई है, और इसने जहां पर आकर इनको गाली गलौज की, जो कह रहे थे कि हम चमारों को ऐसे नहीं रहने देंगे, इनको मजा दिखाएंगे। मैं प्रशासन को चेतावनी देता हूं कि जल्द से जल्द इस पर एफआईआर करे, अन्यथा अगर कोई भी मिसहैपनिंग होती है उसका जिम्मेदार पुलिस प्रशासन होगा। और अगर कोई कार्रवाई नहीं की तो अंबेडकर सेना मूल निवासी जो है वो सड़कों पर मिलेगी आपको, और इन लोगों को इंसाफ दिलाएगी। जहां पर जे रह रहे हैं, जे जमीन इनकी है और इनकी ही रहेगी।